ਦੱਸਿਓ ਕਿ ਮਾਸ਼ਾਅੱਲਾ ਤੁਹਾਡਾ 60 ਡੰਗਰਾਂ ਦਾ ਇਸ ਟਾਈਮ ਕਿੰਨਾ ਦੁੱਧ ਹੋ ਰਿਹਾ? ਤਕਰੀਬਨ 8 ਕੁ ਮਣ ਹੈ ਦੁੱਧ ਇਸ ਟਾਈਮ। ਮਾਸ਼ਾਅੱਲਾ ਮਾਸ਼ਾਅੱਲਾ 8 ਮਣ ਦਾ ਕਿੰਨੀ ਸੇਲ ਹੈ ਤੁਹਾਡੀ ਡੇਲੀ ਦੀ? ਇਹ ਬਣ ਹੀ ਜਾਂਦਾ ਜੇ ਤਕਰੀਬਨ 26-27 ਹਜ਼ਾਰ ਦਾ। 26-27 ਹਜ਼ਾਰ ਡੰਗਰਾਂ ਕੋਲੋਂ ਲੈ ਕੇ ਤੇ ਇਹਨਾਂ ਤੇ ਲਾਂਦੇ ਕਿੰਨੇ ਹੋ? 15-12-13 ਹਜ਼ਾਰ 15 ਹਜ਼ਾਰ ਇਹਨਾਂ ਦਾ ਖਰਚਾ ਡੇਲੀ ਦਾ ਬਣ ਜਾਂਦੇ ਨੇ। ਮਸਾਇਲ ਕੋਈ ਮੱਝ ਬਿਮਾਰ ਹੋ ਜਾਏ, ਕੋਈ ਥਣ ਛਣ ਖਰਾਬ ਹੋ ਜਾਏ ਜਾਂ ਕੋਈ ਨਿਜ਼ਾਮ ਮੱਝਾਂ ਤਰੂ ਜਾਂਦੀਆਂ ਨੇ ਵਿੱਚ, ਜ਼ਿਆਦਾ ਬਿਹਤਰ ਹੀ ਹੁੰਦਾ ਕੰਮ। ਵਿਲਾਇਤੀ ਥਣ ਵਾਸਤੇ ਮੈਕਸੀਵੇਟ ਹੋ ਗਿਆ, ਥਣ ਵਾਸਤੇ ਮੈਕਸੀਵੇਟ ਔਰ ਟਰਾਈ ਐਕਸਲ ਡਾਈ ਐਕਸਲ ਇਹ ਕਾਦੇ ਵਾਸਤੇ? ਟਰਾਈ ਐਕਸਲ ਕਾਦੇ ਵਾਸਤੇ? ਦੀ ਚੰਦਰੀ ਵਾਸਤੇ ਹੁੰਦੇ ਨੇ ਜੀ। ਠੀਕ ਹੈ। ਔਰ ਜੀ ਔਰ ਬਿਮਾਰੀ ਵੀ ਛੋਟੀ ਬੁਖਾਰ ਹੋ ਜਾਏ 5 ਗ੍ਰਾਮ ਦਾ 40 ਲੱਖ ਦਾ ਟੀਕਾ ਸਾਰੇ ਲਾਣੇ ਪੈਂਦੇ ਨੇ। 5 ਗ੍ਰਾਮ ਔਰ 40 ਲੱਖ। ਹਾਂਜੀ ਇਹ ਤੇ ਹੋ ਗਿਆ ਮੋਟਾ ਮੋਟਾ ਡਾਕਟਰੀ ਇਲਾਜ। ਦੇਸੀ ਇਲਾਜ ਜਰਾ ਦੱਸਿਓ। ਦੇਸੀ ਇਲਾਜ ਮਕਸਦ ਜਾਂ ਕੋਈ ਮੱਝ ਦਾ ਥਣ ਖਰਾਬ ਹੋ ਜਾਏ ਜੀ, ਅਗਰ ਥਣ ਖਰਾਬ ਹੋ ਜਾਏ, ਮੱਝ ਬਿਛਾ ਮਾਰ ਜਾਏ, ਜ਼ੋਰ ਨਾ ਸੁੱਟੇ, ਮੂੰਹ ਖੋਰ ਹੋਈਏ, ਫਾਰਾ ਹੋਈਏ, ਕੀ ਇਲਾਜ ਨੇ ਤੁਹਾਡੇ ਕੋਲ? ਮੂੰਹ ਖੋਰ ਦਾ ਤਾਂ ਇਲਾਜ ਇਹ ਪਹਿਲਾਂ ਉਹਦਾ ਡਾਕਟਰੀ ਕੋਰਸ ਕਰਵਾਉਣਾ ਚਾਹੀਦਾ। ਸਾਲ ਬਾਅਦ ਅਗਰ ਨਾ ਕੀਤਾ ਜਾਏ, ਨਹੀਂ ਕਰਵਾਉਂਦਾ ਉਹਨੂੰ ਹੋ ਜਾਂਦਾ ਜੀ। ਉਹਦਾ ਇਲਾਜ ਇਹ ਜ਼ਿਆਦਾ ਮੱਛੀ ਦਾ ਗੋਸ਼ਤ ਉਹਨੂੰ पिघला शोरा बना के तो पैरों के मुंह तो पाना पैंदा। अस्सलाम वालेकुम व्यूअर्स, आप देख रहे हैं बिजनेस इन्फो ऑफिशियल यूट्यूब चैनल। नाजरीन, आज की वीडियो की ख़ास बात यह है कि जिस फार्म पर हम खड़े हैं, इन्होंने 3-4 भैंसों से अपना कारोबार शुरू किया और आज 65 से 70 जानवर इनके पास मौजूद हैं। इनसे वो कितना मुनाफा कमाते हैं और कैसे कमाते हैं, ये सारी तफसीलात आपको आज की इस वीडियो में बताई जाएंगी। कुछ देसी नुस्खे और अद्वियात के नाम भी आपको बताए जाएंगे। उम्मीद है कि आपके लिए बहुत ही फ़ायदेमंद साबित होंगे, तो वीडियो को आखिर तक ज़रूर देखिएगा। साथ में हमारे चैनल को जल्दी से सब्सक्राइब कर दीजिए और बेल आइकन को भी दबा दीजिए, ताकि जैसे ही नई वीडियो अपलोड होगी उसका नोटिफिकेशन आपको मिल जाएगा। तो आइए वीडियो शुरू करते हैं। अस्सलाम वालेकुम। वालेकुम सलाम। भाईजान की हाल है? ठीक ठाक, तुसी सुनाओ। की नाम है मेरे वीर दा? मेरा नाम सलान। ਅਸਲਾਨ ਸਾਹਿਬ ਕਿਹੜੀ ਜਗ੍ਹਾ ਹੈ? ਕੋਪਰੇ ਦੇ। ਕੋਪਰੇ। ਕਿੰਨੀ ਦੇਰ ਤੋਂ ਤੁਸੀਂ ਬਫਲੋ ਫਾਰਮਿੰਗ ਦਾ ਕੰਮ ਕਰ ਰਹੇ ਹੋ? ਅਸੀਂ ਤਕਰੀਬਨ 20-22 ਸਾਲ ਤੋਂ ਕੰਮ ਕਰ ਰਹੇ ਹਾਂ। ਵਾਲਦ ਸਾਹਿਬ ਵੀ ਇਹ ਕੰਮ ਕਰਦੇ ਹਨ ਤੇ ਇਹਦੇ ਤੋਂ ਸ਼ੁਰੂ ਕੀਤਾ। ਆਪਣੀ ਉਮਰ ਕਿੰਨੀ ਹੈ? ਆਪਣੀ ਉਮਰ 20-21 ਸਾਲ। ਅੱਛਾ, ਕਿਸ ਤਰ੍ਹਾਂ ਜਸਟੀਫਾਈ ਕਰੋਗੇ 20 ਸਾਲ ਕੰਮ ਕਰਦੇ ਪਏ ਤਾਂ 20 ਸਾਲ ਦੀ ਉਮਰ ਹੈ? ਵਾਲਦ ਸਾਹਿਬ ਕਰਦੇ ਹਨ, ਉਹਨਾਂ ਤੋਂ ਬਾਅਦ ਅਸਾਂ ਸ਼ੁਰੂ ਕੀਤਾ। ਅੱਛਾ, ਤੈਨੂੰ ਕਿੰਨੀ ਦੇਰ ਹੋ ਗਈ ਇਸ ਕੰਮ 'ਚ ਆਏ ਦੇ? ਮੈਨੂੰ ਤਕਰੀਬਨ 10-12 ਸਾਲ ਹੋ ਗਏ ਨਾ। ਠੀਕ ਹੋ ਗਿਆ। ਮਾਸ਼ਾਅੱਲਾ, ਤੁਹਾਡੇ ਕੋਲ ਇਸ ਟਾਈਮ ਕਿੰਨੇ ਡੰਗਰ ਨੇ, ਛੋਟੇ ਵੱਡੇ ਸਾਰੇ ਜਾਪ ਆ ਗਏ? ਤਕਰੀਬਨ 60-65 ਹੈ ਨਾ। ਮਾਸ਼ਾਅੱਲਾ 60-65 ਡੰਗਰਾਂ ਦਾ ਸਫ਼ਰ ਕਿੰਨੀ ਦੇਰ 'ਚ ਤੈਅ ਕੀਤਾ ਹੈ? ਯਾਨੀ ਕਿੰਨਿਆਂ ਡੰਗਰਾਂ ਤੋਂ ਸ਼ੁਰੂ ਕੀਤਾ ਸੀ ਔਰ ਅੱਜ ਮਾਸ਼ਾਅੱਲਾ 60 ਹੋ ਗਏ? ਤਕਰੀਬਨ 2-3 ਸਾਲ ਦੇ ਵਿੱਚ ਇਹ ਕੰਮ ਜ਼ਿਆਦਾ ਕੀਤਾ। ਪਹਿਲਾਂ ਸਾਡੇ ਕੋਲ ਥੋੜੇ ਡੰਗਰ ਸਨ। ਕਿੰਨਿਆਂ ਤੋਂ ਸ਼ੁਰੂ ਕੀਤਾ ਸੀ? ਪਹਿਲਾਂ 4-5 ਸਾਣੇ ਤੋਂ ਵਾਧਾ ਕੰਮ ਹੁਣ ਮਾਸ਼ਾਅੱਲਾ 60-70 ਡੰਗਰ ਨੇ। ਦੁੱਧ ਵੇਚ ਕੇ ਜਾਂ ਫਿਰ ਜਾਨਵਰ ਵੇਚ ਕੇ ਤੁਸੀਂ ਆਨੇ ਡੰਗਰ ਬਣਾਏ? ਬਸ ਇਸੇ ਤਰ੍ਹਾਂ ਹੀ ਦੁੱਧ ਸ਼ੁੱਧ ਵੇਚ ਕੇ ਕੋ ਆਪਣਾ ਸਰਕਟ ਕਾਰੋਬਾਰ ਚਲਾ ਕੇ ਤੇ ਬਣਾਇਆ ਨਾ। ਮਾਸ਼ਾਅੱਲਾ, ਕੀ ਕਹਿਣਾ ਚਾਹੋਗੇ ਉਸ ਬੰਦੇ ਨੂੰ ਜਿਹੜਾ 6 ਡੰਗਰਾਂ ਤੋਂ 60 ਡੰਗਰ ਬਣਾਉਣਾ ਚਾਹੁੰਦਾ ਹੈ? ਉਹ ਕੀ ਟੈਕਨੀਕ ਉਹਦੀ ਹੋਏ, ਕਿਸ ਤਰ੍ਹਾਂ ਉਹ ਪੈਸੇ ਕਮਾਏ ਦੁੱਧ ਦੇ ਜਾਂ ਕੱਟੇ ਛੱਟੇ ਵੇਚ ਕੇ ਜਾਂ ਡੰਗਰ ਵੇਚ ਕੇ, ਕਿਸ ਤਰ੍ਹਾਂ ਉਹ ਇੱਥੋਂ ਤੱਕ ਪਹੁੰਚੇ? ਉਹਨੂੰ ਕੀ ਸਕੀਮ ਦੱਸੋਗੇ? ਸਾਰੀ ਤਕਰੀਬਨ ਸਾਰਾ ਨਿਜ਼ਾਮ ਜਿਹੜਾ ਆਪਣੇ ਬੰਦੇ ਨੇ ਸੈਟਲਮੈਂਟ ਕਰਕੇ ਤੇ ਚਲਾਉਣਾ ਪੈਂਦਾ। ਸਾਡੀ ਜ਼ਮੀਨ ਹੈ, ਅਸੀਂ ਜ਼ਮੀਨ ਦਾ ਵੀ ਕਾਰੋਬਾਰ ਕਰਨੇ ਆ ਨਾਲ, ਫਸਲ ਵੇਚ ਕੇ। ਹਾਂਜੀ, ਸਹੀ ਹੈ। ਯਾਨੀ ਤੁਸੀਂ ਨਾਲ ਦੱਸਿਆ ਕਿ ਤੁਹਾਨੂੰ ਫਸਲ ਦੀ ਵੀ ਸਪੋਰਟ ਹੋਈ ਜਾਂਦੀ, ਉਸ ਵਾਸਤੇ ਤੁਸੀਂ ਮਾਸ਼ਾਅੱਲਾ ਕੰਮ ਵਧਾਇਆ। ਕਿਹੜੀ ਨਸਲ ਦੇ ਜਾਨਵਰ ਨੂੰ ਤੁਸੀਂ ਪ੍ਰੈਫਰ ਦੋਗੇ? ਜ਼ਿਆਦਾ ਮਾਈ ਨੀਲੀ ਦੀ ਇਧਰ ਜ਼ਿਆਦਾ ਬਿਹਤਰ ਹੈ। ਅੱਛਾ। ਹਾਂ, ਤੇ ਗਾਂ ਜ਼ਿਆਦਾ ਕੈਨੇਡਾ ਦੀ ਹੋ ਗਈ, ਜਰਸੀ ਹੋ ਗਈ, ਆਸਟ੍ਰੇਲੀਅਨ ਵਗੈਰਾ ਠੀਕ ਹੀ ਨੇ ਤਕਰੀਬਨ। ਅੱਛਾ, ਨੀਲੀ ਦੀ ਮੱਝ ਦੀ ਪਹਿਚਾਨ ਕੀ ਹੈ? ਨੀਲੀ ਦੀ ਮਾਈ ਲੰਮੀ ਹੁੰਦੀ ਹੈ, ਪੂਛਲ ਧੌਣ ਉਹਦੀ ਚੰਗੀ ਲੰਮੀ ਹੋਵੇ ਦੀ, ਪੂਛਲ ਜੱਡੀ ਨਾ ਹੋਵੇ ਦੀ, ਸਹੀ ਹੈ, ਸੋਹਣੀ ਹੋਵੇ ਦੀ। ਇੱਕ ਇੱਕ ਕਰਕੇ ਜ਼ਰਾ ਦੱਸਿਓ, ਸਿੰਘ ਕਿਹੋ ਜਿਹੇ ਹੋਣਗੇ? ਸਿੰਘ ਕੁੰਡੇ ਹੋਣਗੇ। ਕੁੰਡੇ ਔਰ ਫੱਟੀਦਾਰ ਜਾਂ ਗੋਲ? ਗੋਲ। ਮੂੰਹ ਵੱਡਾ ਹੋਏਗਾ ਜਾਂ ਚੂਈ ਮੂੰਹ ਹੋਏਗਾ? ਮੂੰਹ ਬਰੀਕ ਹੋਵੇਗਾ। ਠੀਕ ਹੋ ਗਿਆ। ਦੁਮ ਜਿਹੜੀ ਏ ਉਹ ਕਿਸ ਤਰ੍ਹਾਂ ਦੀ ਹੋਏਗੀ? ਲਚਕਦਾਰ ਔਰ ਲੰਬੀ? ਲੰਬੀ ਹੋਵੇ ਦੀ, ਲਚਕਦਾਰ ਹੋਵੇ ਦੀ, ਜ਼ਮੀਨ ਤੋਂ ਜ਼ਮੀਨ ਤੱਕ ਹੋਵੇ ਦੀ, ਜ਼ਮੀਨ ਦੇ ਨਾਲ ਲੱਗਦੀ ਹੋਏਗੀ। ਹਾਂਜੀ ਬਿਲਕੁਲ। ਚਮੜੀ ਦਾ ਰੰਗ ਜ਼ਰਾ ਦੱਸਿਓ। ਚਮੜੀ ਦਾ ਰੰਗ ਕਾਲਾ ਹੀ ਹੋਵੇਗਾ। ਔਰ ਉਹਦੀ ਸਾਖਤ ਯਾਨੀ ਮੁਲਾਇਮ ਹੋਏਗੀ, ਸਖਤ ਹੋਏਗੀ? ਉਹਦਾ ਚਮੜਾ ਜਿਹੜਾ ਉਹ ਪਤਲਾ ਹੋਵੇਗਾ। ਠੀਕ ਹੈ। ਦੱਸਿਓ ਕਿ ਮਾਸ਼ਾਅੱਲਾ ਤੁਹਾਡਾ 60 ਡੰਗਰਾਂ ਦਾ ਇਸ ਟਾਈਮ ਕਿੰਨਾ ਦੁੱਧ ਹੋ ਰਿਹਾ? ਤਕਰੀਬਨ 8 ਕੁ ਮਣ ਹੈ ਦੁੱਧ ਇਸ ਟਾਈਮ। ਮਾਸ਼ਾਅੱਲਾ ਮਾਸ਼ਾਅੱਲਾ 8 ਮਣ ਦਾ ਕਿੰਨੀ ਸੇਲ ਹੈ ਤੁਹਾਡੀ ਡੇਲੀ ਦੀ? ਇਹ ਬਣ ਹੀ ਜਾਂਦਾ ਜੇ ਤਕਰੀਬਨ 26-27 ਹਜ਼ਾਰ ਦਾ। 26-27 ਹਜ਼ਾਰ ਡੰਗਰਾਂ ਕੋਲੋਂ ਲੈ ਕੇ ਤੇ ਇਹਨਾਂ ਤੇ ਲਾਂਦੇ ਕਿੰਨੇ ਹੋ? 15-12-13 ਹਜ਼ਾਰ 15 ਹਜ਼ਾਰ ਇਹਨਾਂ ਦਾ ਖਰਚਾ ਡੇਲੀ ਦਾ। ਕਣਕ ਛਣਕ ਮੁੱਲ ਦੀ ਹੈ। ਹਾਂਜੀ, ਨਿਜ਼ਾਮ ਕੁਝ ਠੀਕ ਹੈ। ਯਾਨੀ ਕਿ ਤੁਹਾਡੀ 50% ਰੇਸ਼ੋ ਹੈ ਵੇ ਮੁਨਾਫੇ ਦੀ। ਬਿਲਕੁਲ।
ਹੁਣ ਇਹ ਦੱਸਿਓ ਕਿ ਜਿਹੜਾ ਤੁਸੀਂ ਦੱਸਿਆ 15000 ਅਸੀਂ ਇਹਨਾਂ ਡੰਗਰਾਂ ਤੇ ਲਾਣੇ ਆ, 15000 ਕਿਸ ਮੱਦ ਚ ਲਾਉਂਦੇ ਹੋ, ਕਿਹੜਾ ਖਰਚਾ ਹੈ? ਇਹਨਾਂ ਦਾ ਪੱਠਿਆਂ ਦਾ, ਵੰਡੇ ਦਾ, ਮੁਲਾਜ਼ਮਾਂ ਦੀ ਤਨਖਾਹ ਹੋ ਗਈ, ਇਸੇ ਤਰ੍ਹਾਂ ਹੀ ਮਤਲਬ ਸਰਕਟ ਜਿਹੜਾ ਚੱਲਦਾ ਪਿਆ। ਕਿੰਨੇ ਮੁਲਾਜ਼ਮ ਰੱਖੇ ਜੇ? 2 ਮੁਲਾਜ਼ਮ ਦਾ ਕੀ ਖਰਚਾ ਮਹੀਨੇ ਦਾ? ਉਹਦੀ 15-15000 ਦਵਾਂ ਦੀ ਤਨਖਾਹ, ਔਰ ਰੋਟੀ ਖਾਣਾ ਕੱਪੜਾ ਵਗੈਰਾ ਸਾਰਾ ਵੱਖਰਾ? ਕੁਝ ਆਪਣੇ ਕੋਲ। ਸਰ ਕਿੰਨੀ ਕੁ ਜਗ੍ਹਾ ਹੋਣੀ ਚਾਹੀਦੀ ਹੈ 60 ਜਾਨਵਰਾਂ ਵਾਸਤੇ? ਮੇਰੇ ਕੋਲ ਤਾਂ ਤਕਰੀਬਨ ਮੈਂ ਜਿਹੜੀ ਉਹ 20 ਕੁ ਵਾਲੀ ਹੈ, ਔਰ ਇਹ ਕਾਫੀ ਹੈ? ਬੇਬਾਹ ਹੈ ਨਾ। ਠੀਕ ਹੋ ਗਿਆ। ਇਸ ਕੰਮ ਦੇ ਵਿੱਚ ਮੁਨਾਫਾ ਤੇ 50% ਯਾਨੀ 50% ਹੈ। ਹਾਂਜੀ ਬਿਲਕੁਲ। ਕਿਆ ਇਸ ਕੰਮ ਦੇ ਵਿੱਚ ਕੋਈ ਮਸਾਇਲ ਵੀ ਹੈ ਨੇ? ਬਣ ਜਾਂਦੇ ਨੇ ਮਸਾਇਲ, ਕੋਈ ਮੱਝ ਬਿਮਾਰ ਹੋ ਜਾਏ, ਕੋਈ ਥਣ ਛਣ ਖਰਾਬ ਹੋ ਜਾਏ, ਜਾਂ ਕੋਈ ਨਿਜ਼ਾਮ ਮੱਝਾਂ ਤਰੂ ਜਾਂਦੀਆਂ ਨੇ ਵਿੱਚ, ਜ਼ਿਆਦਾ ਬਿਹਤਰ ਹੀ ਹੁੰਦਾ ਕੰਮ। ਤੁਹਾਡੇ ਵਾਲਦ ਸਾਹਿਬ ਨੇ 20 ਸਾਲ ਪਹਿਲੇ ਕੰਮ ਸ਼ੁਰੂ ਕੀਤਾ ਜਦੋਂ ਤੁਸੀਂ ਬਹੁਤ ਛੋਟੇ ਸੋ, ਹਾਂਜੀ ਬਿਲਕੁਲ। ਯਾਨੀ ਤੁਸੀਂ ਹੋਸ਼ ਹੀ ਡੰਗਰਾਂ ਦੇ ਵਿੱਚ ਸੰਭਾਲੀ ਹੈ। ਹਾਂਜੀ 20 ਸਾਲਾਂ ਦਾ ਲਗਭਗ ਤੁਹਾਡਾ ਵੀ ਤਜਰਬਾ ਹੋਈਏਗਾ। ਹਾਂਜੀ। ਕਿਆ ਤੁਸੀਂ ਕੋਈ ਦੇਸੀ ਇਲਾਜ ਵੀ ਰੱਖੇ ਨੇ ਜਾਂ ਵਲੈਤੀ ਹੀ ਇਲਾਜ ਕਰਾਉਂਦੇ ਹੋ? ਨਹੀਂ, ਦੇਸੀ ਵੀ ਉਹ ਕਰ ਲੈਨੇ ਆ, ਵਿਲਾਇਤੀ ਟੀਕਾ ਛਿੱਕਾ ਵੀ ਲਵਾ ਲੈਨੇ ਆ। ਵਲੈਤੀ ਪਹਿਲੇ ਦੱਸਿਓ ਕਿਹੜਾ ਟੀਕਾ ਲਵਾਉਂਦੇ ਹੋ? ਵਿਲਾਇਤੀ ਥਣ ਵਾਸਤੇ ਮੈਕਸੀਵੇਟ ਹੋ ਗਿਆ, ਥਣ ਵਾਸਤੇ ਮੈਕਸੀਵੇਟ, ਮੈਕਸੀਵੇਟ, ਔਰ ਟਰਾਈ ਐਕਸਲ, ਡਾਈ ਐਕਸਲ। ਇਹ ਕਦੇ ਵਾਸਤੇ? ਟਰਾਈ ਐਕਸਲ ਕਾਦੇ ਥਣ ਵਾਸਤੇ? ਦੀ ਚੰਦਰੀ ਵਾਸਤੇ ਹੁੰਦੇ ਨੇ ਜੀ। ਠੀਕ ਹੈ। ਔਰ ਹਾਂਜੀ, ਔਰ ਬਿਮਾਰੀ ਵੀ ਛੋਟੀ ਬੁਖਾਰ ਹੋ ਜਾਏ 5 ਗ੍ਰਾਮ ਦਾ 40 ਲੱਖ ਦਾ ਟੀਕਾ ਸਾਰੇ ਲਾਣੇ ਪੈਂਦੇ ਨੇ। 5 ਗ੍ਰਾਮ ਔਰ 40 ਲੱਖ। ਹਾਂਜੀ, ਇਹ ਤੇ ਹੋ ਗਿਆ ਮੋਟਾ ਡਾਕਟਰੀ ਇਲਾਜ। ਹਾਂਜੀ। ਦੇਸੀ ਇਲਾਜ ਜਰਾ ਦੱਸਿਓ। ਦੇਸੀ ਇਲਾਜ ਮਕਸਦ ਜਾਂ ਕੋਈ ਮੱਝ ਦਾ ਥਣ ਖਰਾਬ ਹੋ ਜਾਏ, ਜੀ ਅਗਰ ਥਣ ਖਰਾਬ ਹੋ ਜੇ, ਮੱਝ ਪਿੱਛਾ ਮਾਰ ਜੇ, ਜ਼ੋਰ ਨਾ ਸੁੱਟੇ, ਮੂੰਹ ਖੋਰ ਹੋਈਏ, ਫਾਰਾ ਹੋਈਏ, ਕੀ ਇਲਾਜ ਨੇ ਤੁਹਾਡੇ ਕੋਲ? ਮੂੰਹ ਖੋਰ ਦਾ ਤਾਂ ਇਲਾਜ ਇਹ ਪਹਿਲਾਂ ਉਹਦਾ ਡਾਕਟਰੀ ਕੋਰਸ ਕਰਵਾਉਣਾ ਚਾਹੀਦਾ, ਸਾਲ ਬਾਅਦ ਅਗਰ ਨਾ ਕੀਤਾ ਜਾਏ, ਨਹੀਂ ਕਰਵਾਉਂਦਾ ਉਹਨੂੰ ਹੋ ਜਾਂਦਾ ਜੀ। ਉਹਦਾ ਇਲਾਜ ਇਹ ਜ਼ਿਆਦਾ ਕੋ ਮੱਛੀ ਦਾ ਗੋਸ਼ਤ ਉਹਨੂੰ ਪਗਲਾ ਸ਼ੋਰਾ ਬਣਾ ਕੇ ਤੇ ਪੈਰਾਂ ਦੇ ਮੂੰਹ ਤੇ ਪਾਣਾ ਪੈਂਦਾ। ਅੱਛਾ। ਹਾਂਜੀ, ਤੇ ਥਣ ਦਾ ਦੇਸੀ ਇਲਾਜ ਜਿਹੜਾ ਮੁਰਚਾਂ ਜਿਹੜੀਆਂ ਨੇ ਜੀ, ਉਹ ਨਾਲ ਦੇਈ ਦੂਜੀਆਂ ਨੇ। ਠੀਕ ਹੈ। ਹਾਂਜੀ। ਅੱਛਾ, ਇਹ ਦੱਸਿਓ ਕਿ ਅਗਰ ਮੱਝ ਜਿਹੜੀ ਹੈ ਉਹ ਪਿੱਛਾ ਮਾਰੇ, ਉਹਦਾ ਕੀ ਇਲਾਜ ਕਰਦੇ ਹੋ? ਉਹਦਾ ਇਲਾਜ ਜ਼ਿਆਦਾ ਜਿਹੜਾ ਚੜਵਾਹੜੀ ਦਾ ਡਾਕਟਰ ਕੋਲੋਂ ਚੜਵਾ ਕੇ ਬੋਤਲ ਸ਼ੋਤਲ ਲਵਾ ਲਈ, ਨਹੀਂ ਤੇ ਉਹਨੂੰ ਕੋਈ ਚਵਰਕੇ ਦੀਆਂ 2 ਬੋਤਲਾਂ ਲਿਆ ਕੇ ਦੇ ਲਈਆਂ। ਉਹ ਠੰਡੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ। ਪਿੱਛਾ ਜ਼ਰਾ ਜਦੋਂ ਮੱਝ ਗਰਮ ਹੋਵੇ ਤੇ ਉਦੋਂ ਹੀ ਮਾਰਦੀ ਹੈ, ਲੇਕਿਨ ਠੰਡੀ ਹੋਏ ਫੇਰ ਵੀ ਮਾਰਦੀ ਹੈ ਬਾਜ਼ੂਕਾਤ, ਇਸ ਤਰ੍ਹਾਂ ਵੀ ਹੁੰਦਾ ਹੈ? ਠੰਡੀ ਮੱਝ ਜਿਹੜੀ ਉਹ ਘੱਟ ਵੱਧ ਹੀ ਮਾਰਦੀ। ਠੀਕ ਹੋ ਗਿਆ। ਹਾਂਜੀ। ਅੱਛਾ, ਅਗਰ ਮੱਝ ਜਿਹੜੀ ਹੈ ਜ਼ੋਰ ਨਾਲ ਸੁੱਟੇ ਤੇ ਕੀ ਕਰਦੇ ਹੋ? ਜ਼ੋਰ ਨਾਲ ਸੁੱਟੇ ਤੇ ਉਹਨੂੰ ਜਿਹੜਾ ਮੱਝਾਂ ਚੋਣ ਵਾਲਾ ਟੀਕਾ ਲਾਉਂਦੇ ਆ। ਸਹੀ ਹੋ ਗਿਆ। ਗਰਮੈਸ਼ ਦੇਣੀ ਹੁੰਦੀ ਜਾਂ ਕਮਾਦ ਦੇ ਪੱਤਰ ਦੇ ਲੈ। ਠੀਕ ਹੋ ਗਿਆ। ਤੁਸੀਂ ਜਾਂ ਮੁਰਗੀ ਮਾਸ਼ਾਅੱਲਾ ਖਵਾ ਲਏ। ਦੇਸੀ ਇਲਾਜ ਦੱਸ ਰਹੇ ਹੋ। ਇਹ ਦੱਸਿਓ ਕਿ ਤੁਹਾਡੇ ਕੋਲ ਮੱਝ ਨੇ ਵੱਧ ਤੋਂ ਵੱਧ ਕਿੰਨਾ ਕੁ ਦੁੱਧ ਦਿੱਤਾ ਹੈ? ਵੱਧ ਤੋਂ ਵੱਧ 22-21 ਸਿਰ ਦੁੱਧ ਦਿੰਦੀ ਰਹੀ। ਕੀ ਸਕੀਮ ਲਾਣੀ ਚਾਹੀਦੀ ਹੈ ਕਿ ਮੱਝ ਜਿਹੜੀ ਹੈ ਜ਼ਿਆਦਾਤਰ ਦੁੱਧ ਦੇ, ਯਾਨੀ ਉਹਦਾ ਵੰਡਾ, ਉਹਦੇ ਪੱਠੇ, ਉਹਦੀ ਉਹਦੇ ਖੁਰਾਕ ਕਿਸ ਤਰ੍ਹਾਂ ਪੱਠੇ ਦੀ ਵੀ ਹੋਏ? ਠੀਕ ਹੋਣੇ ਚਾਹੀਦੇ ਨੇ, ਉਹਦਾ ਵੰਡਾ ਵੀ ਵਧੀਆ ਹੋਣਾ ਚਾਹੀਦਾ। ਨੰਬਰ 1 ਉਹਦੀ ਖੁਰਾਕ 'ਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਪੱਠੇ, ਵੰਡਾ, ਖੁਰਾਕ ਵਧੀਆ ਤੁਸੀਂ ਕਿਹਨੂੰ ਕਹਿੰਦੇ ਹੋ? ਮਤਲਬ ਹੁਣ ਹਰੇ ਦਾ ਮੌਸਮ, ਸਟਾਲੇ ਦਾ, ਸਟਾਲਾ, ਕਮਾਦ, ਕਣਕ, ਇਹ 3 ਪੱਠੇ ਵਧੀਆ ਨੇ ਸਾਰਿਆਂ ਤੋਂ। ਠੀਕ ਹੈ। ਸਿਆਲ ਦੇ ਮੌਸਮ 'ਚ ਸਹੀ ਹੈ। ਗਰਮੀ 'ਚ ਅਮਰੀਕਨ ਜਵਾਰ ਜਿਹੜੀ ਉਹ ਸਭ ਤੋਂ ਬਿਹਤਰ ਹੈ। ਠੀਕ ਹੈ। ਅਗਰ ਤੁਸੀਂ ਸਮਝਦੇ ਹੋ ਕਿ ਉਹ ਮੌਸਮ ਖੁਸ਼ਗਵਾਰ ਹੈ, ਬੇਮੌਸਮੇ ਪੱਠੇ ਉਹ ਮਕਈ ਦਾ ਜ਼ਿਆਦਾ ਇਸਤੇਮਾਲ ਹੁੰਦੇ ਨੇ। ਹਾਂਜੀ। ਅੱਛਾ, ਅਰਸਲਾਨ ਸੁਣਿਆ ਕਿ ਕਦੇ ਕਦੇ ਜਵਾਰ ਜਾਨਵਰ ਨੂੰ ਲੜ ਜਾਂਦੀ ਹੈ, ਉਹਦਾ ਕੀ ਮਤਲਬ ਹੁੰਦਾ ਹੈ? ਜਵਾਰ ਪੱਕੀ ਹੋਵੇ ਭਾਵੇਂ ਜਾਂ ਤੇ ਉਹ ਜ਼ਿਆਦਾ ਹੋ ਜਾਂਦਾ, ਵਾਧਾ ਘਾਟਾ ਡੰਗਰ ਜ਼ਿਆਦਾ ਖਾ ਲੇ, ਉਹਦੇ ਨਾਲ ਕੋਈ ਨੁਕਸ ਹੋ ਜਾਂਦਾ। ਜਵਾਰ ਠੀਕ ਹੈ ਪੱਠਾ ਗਰਮੀ 'ਚ, ਠੰਡਾ। ਆਪਣੇ ਫਾਰਮ ਤੇ ਜਾਨਵਰ ਨੂੰ ਫਿੱਟ ਰੱਖਣ ਵਾਸਤੇ ਕੋਈ ਮੁਕਾਮੀ ਤੌਰ ਤੇ ਦੇਸੀ ਮਸਾਲਾ ਤਿਆਰ ਕੀਤਾ ਜਿਹੜਾ ਤੁਸੀਂ ਦਿੰਦੇ ਰਹਿੰਦੇ ਹੋ ਉਹਨਾਂ ਨੂੰ? ਹਾਂਜੀ ਬਿਲਕੁਲ। ਕੀ ਉਹਦੇ ਅਜਜ਼ਾ ਜੇ ਕੀ ਪਾਉਂਦੇ ਹੋ ਮਸਾਲੇ 'ਚ? ਮਸਾਲਾ ਜਿਹੜਾ ਦੇਸੀ ਜ਼ਿਆਦਾਤਰ ਚੱਲਦਾ, ਸੌਂਫ, ਜਵੈਣ, ਗੰਢਾ, ਮਿਰਚ, ਇਹ ਕੁੱਟ ਕੇ ਗੁੜ 'ਚ ਪਿੰਨੀ ਬਣਾ ਕੇ ਦੇ ਛੜੀਏ ਤੇ ਠੀਕ ਰਹਿੰਦਾ। ਹਾਜ਼ਮੇ ਦੀ ਜ਼ਿਆਦਾ ਡੰਗਰ ਨੂੰ ਨੁਕਸ ਹੁੰਦਾ, ਅਗਰ ਹਾਜ਼ਮਾ ਸਹੀ ਰਹੇ, ਡੰਗਰ ਗਾਲੀ ਠੀਕ ਕਰੇ ਤੇ ਤੰਦਰੁਸਤੀ ਹੈ। ਅਸਲਾਂ ਜਿਹੜਾ ਤੁਸੀਂ ਇਹਨਾਂ ਨੂੰ ਵੰਡਾ ਪਾਉਂਦੇ ਹੋ, ਵੰਡਾ ਦੇਣ ਦਾ ਤਰੀਕਾ ਕੀ? ਜੇ ਉਹਨੂੰ ਤੂੜੀ ਵਿੱਚ ਦਿੰਦੇ ਹੋ, ਹਰੇ ਵਿੱਚ ਦਿੰਦੇ ਹੋ, ਜਾਂ ਕਿਸ ਤਰ੍ਹਾਂ ਦਿੰਦੇ ਹੋ ਵੰਡਾ? ਵੰਡਾ ਭਾਈਜਾਨ ਅਸੀਂ ਇਹਨਾਂ ਨੂੰ ਜਿਹੜਾ ਨਾ ਤੂੜੀ ਪਾ ਕੇ ਨਾ ਥੱਲੇ ਥੋੜੀ ਕੋਈ ਕਰੋਗ, ਠੀਕ, ਉੱਤੇ ਵੰਡਾ ਪਾ ਲੈਂਦੇ ਆ। ਠੀਕ। ਉਹ ਲਿਆਰੀ ਦੇ ਹਿਸਾਬ ਨਾਲ ਅਗਰ 10 ਸਿਰ ਦੁੱਧ ਦਿੰਦੀ ਤਾਂ ਉਹਦਾ 4-5 ਸਿਰ ਵੰਡਾ, ਜਿਹੜੀ 20 ਸਿਰ ਦਿੰਦੀ ਉਹਦਾ 9-10 ਸਿਰ ਵੰਡਾ। ਸ਼ੁਰੂ ਤੋਂ ਲੱਗ ਕੇ ਅੱਜ ਤੱਕ ਇੱਕ ਹੀ ਵੰਡਾ ਯੂਜ਼ ਕਰਦੇ ਪਏ ਹੋ ਜਾਂ ਵੰਡੇ ਮੁxtਲਫ ਅਜ਼ਮਾਏ ਜੇ? ਨਹੀਂ, ਤਕਰੀਬਨ ਮੁਖਤਲਫ ਹੀ ਨੇ। ਕਦੇ ਕੋਈ ਐਸਾ ਵੰਡਾ ਜਿਹਦਾ ਤੁਹਾਡੇ ਜਾਨਵਰਾਂ ਨੂੰ ਨੁਕਸਾਨ ਹੋਇਆ ਹੋਵੇ? ਨੁਕਸਾਨ ਹੁਣ ਆਸਟ੍ਰੇਲੀਅਨ ਵੰਡਾ ਜਿਹੜਾ ਇਸਤੇਮਾਲ ਹੋ ਰਿਹਾ ਇਹ ਠੀਕ ਹੈ? ਇਹ ਨਹੀਂ ਠੀਕ ਆ। ਇਹ ਨਹੀਂ ਠੀਕ। ਮੱਝਾਂ ਫਲ ਛੱਡ ਜਾਂਦੀਆਂ ਨੇ, ਜ਼ਿਆਦਾ ਨੁਕਸਾਨ ਹੋ ਜਾਂਦਾ। ਕੋਈ ਡਾਕਟਰ ਵੰਡੇ ਜਿੰਨੇ ਵੀ ਨੇ ਟੋਟਲੀ ਗਰਮ ਹੀ ਨੇ। ਅੱਛਾ। ਇਹਨਾਂ ਮੱਝਾਂ ਦੇ ਸਭ ਤੋਂ ਬਿਹਤਰੀਨ ਖਾਲ ਹੈ, ਅਗਰ ਅਸਲ ਮਿਲੇ ਤੇ ਖਾਲ ਬਣਾ ਲੈ ਜੀ।
ਹਲ ਬਣਾਉਣ ਦੀ ਬਿਹਤਰੀਨ ਹੈ। ਬਿਹਤਰੀਨ। ਅੱਛਾ ਗਰਮੀਆਂ ਵਿੱਚ ਵੀ ਜਾਂ ਸਰਦੀਆਂ ਵਿੱਚ ਵੀ ਦੋਨੋਂ ਮੌਸਮਾਂ ਵਿੱਚ? ਦੋਨਾਂ ਮੌਸਮਾਂ 'ਚ ਗਰਮੀ 'ਚ ਪਾਣੀ 'ਚ ਭੇ ਲਵੋ, ਸਿਆਲ 'ਚ ਗਰਮ ਪਾਣੀ ਕਰਕੇ ਰਹਿਣ ਲਵੋ, ਬਿਹਤਰੀਨ ਨਾਲ ਕਣਕ ਪਾ ਲਵੋ ਵੰਡਾ। ਵੈਰੀ ਗੁੱਡ। ਹਾਂਜੀ। ਅੱਛਾ ਇਹ ਦੱਸੋ ਤੁਸੀਂ ਆਪਣੇ ਨਾਲ ਜਿਹੜੇ ਮੁਲਾਜ਼ਮ ਰੱਖੇ ਨੇ ਉਹਨਾਂ ਕੋਲੋਂ ਫਾਰਮ ਤੇ ਕੀ ਕੀ ਡਿਊਟੀਆਂ ਉਹਨਾਂ ਦੀ ਲਾਈਆਂ ਜੇ? ਡਿਊਟੀਆਂ ਭਾਈਜਾਨ ਮਿਕਸ ਹੀ ਨੇ ਟੋਟਲ, ਜਿਹੜਾ ਮਿਲ ਜਾਏ ਕਰ ਲੈਂਦੇ ਨੇ ਨਾਲ। ਤੇ ਘਰ ਦੇ ਕਿੰਨੇ ਬੰਦੇ ਮਤਲਬ ਉਸ ਕੰਮ ਵਿੱਚ ਸ਼ਾਮਲ ਹੋ? 3 ਬੰਦਿਆਂ ਸੀ ਸ਼ਾਮਲ। ਠੀਕ ਹੈ, ਫੁੱਲ ਟਾਈਮ ਇਹੀ ਕਾਰੋਬਾਰ ਕਰਦੇ ਵੇ? ਫੁੱਲ ਟਾਈਮ ਇਹ ਕਾਰੋਬਾਰ। ਅੱਛਾ ਤੁਸੀਂ ਇਸ ਕਾਰੋਬਾਰ ਨੂੰ ਤਫਸੀਲ ਨਾਲ ਵੇਖਿਆ, ਇਹ ਕਾਰੋਬਾਰ ਦੇ ਵਿੱਚ ਆਮ ਤੌਰ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ? ਮੁਸ਼ਕਲਾਂ ਇਹ ਨੇ, ਡੰਗਰ ਸਭ ਤੋਂ ਬਿਹਤਰੀਨ ਵਜ੍ਹਾ ਡੰਗਰ ਦੀ ਤੰਦਰੁਸਤੀ ਰਹੇ, ਉਹ ਤੰਦਰੁਸਤ ਰੱਖਣਾ ਜ਼ਰੂਰੀ ਹੈ। ਜ਼ਰੂਰੀ ਹੈ। ਡੰਗਰ ਤੰਦਰੁਸਤ ਰਹਿਣ ਤਾਂ ਸਭ ਕੁਝ ਠੀਕ ਰਹਿੰਦਾ। ਅਗਰ ਡੰਗਰ ਨਾ ਠੀਕ ਰਹਿਣ ਤਾਂ ਫਿਰ ਮੁਸ਼ਕਲਾਂ ਆਉਂਦੀਆਂ ਨੇ, ਹੋਰ ਕੀ। ਅੱਛਾ ਇਹ ਦੱਸ ਸਕਦੇ ਹੋ ਤੁਹਾਡੇ ਫਾਰਮ ਤੇ ਮੱਝਾਂ ਦੇ ਦੁੱਧ ਦੇਣ ਦੀ ਐਵਰੇਜ ਔਸਤਨ ਪੈਦਾਵਾਰ ਕੀ ਹੈ? ਵੰਡੇ ਦੀ ਜ਼ਿਆਦਾ, ਵੰਡੇ ਦੇ ਸਿਰ ਤੇ। ਆਮ ਮੱਝ ਟੌਪ ਤੁਹਾਡੀ ਤੁਸੀਂ ਦੱਸਿਆ ਕਿ ਸਭ ਤੋਂ ਜ਼ਿਆਦਾ ਦੁੱਧ ਕਿੰਨਾ ਹੈ, ਸਭ ਤੋਂ ਘੱਟ ਦੁੱਧ ਕਿੰਨਾ ਹੈ? ਬਿਲਕੁਲ। ਦੁੱਧ ਦੇਣ ਵਾਲੇ ਜਾਨਵਰ ਕਿੰਨੇ ਨੇ ਤੇ ਖੰਗੜੇ ਜਾਨਵਰ ਨੇ ਖੁਸ਼ਕੇ ਵਿੱਚ ਨੇ, ਉਹਨਾਂ ਦਾ ਕੀ ਹੱਲ ਜਿਹੜੀਆਂ ਕਰਦੇ ਹੋ? ਤਕਰੀਬਨ ਇਸ ਟਾਈਮ ਸਾਡੇ ਕੋਲ 15 ਮੱਝਾਂ ਜਿਹੜੀਆਂ ਨਾ ਜੀ ਉਹ ਦੁੱਧ ਦਿੰਦੀਆਂ ਨੇ ਠੀਕ ਆਪਣੀ ਮਕਦਾਰ ਤੇ। ਠੀਕ। ਬਾਕੀ ਜਿਹੜੀਆਂ ਨੇ ਉਹ ਜਿਹੜੀਆਂ ਨੇ ਸੁੱਕੀਆਂ ਬਸ ਸੌਣ ਵਾਲੀਆਂ ਨੇ। ਉਹਨਾਂ ਨੂੰ ਕਿੰਨਾ ਕੁ ਸੁੱਕਾ ਪੀਰੀਅਡ ਹੁੰਦਾ, ਕਿਸ ਤਰ੍ਹਾਂ ਬਰਦਾਸ਼ਤ ਕਰਦੇ ਹੋ ਉਹਨੂੰ? ਹੁਣ 5ਵਾਂ ਮਹੀਨਾ ਉਹਨਾਂ ਨੂੰ, ਉਹ ਹੁਣ ਅੱਗੋਂ ਇਨਸ਼ਾਅੱਲਾ ਤਿਆਰ ਨੇ ਮਹੀਨੇ ਤੋਂ ਬਾਅਦ ਫਿਰ ਇਹ ਸੁੱਕ ਜਾਂਦੀਆਂ। ਉਹ ਇਸ ਮਤਲਬ ਕੰਮ ਚੱਲਦਾ ਪਿਆ। ਅੱਛਾ ਸੰਡਾ ਕੋਈ ਆਪਣਾ ਰੱਖਿਆ ਜੀ? ਹਾਂਜੀ ਬਿਲਕੁਲ ਰੱਖਿਆ। ਕਿਹੜੀ ਨਸਲ ਦਾ ਰੱਖਿਆ ਜੀ? ਇਹ ਨੀਲੀ ਦਾ ਜੇ। ਅੱਛਾ ਮੱਝਾਂ ਆਪ ਹੀ ਲੈਣ ਜਾਂਦੇ ਹੋ? ਮੱਝਾਂ ਆਪੀ ਲੈਣ। ਉਸ ਇਲਾਕੇ ਵਿੱਚ ਜਦੋਂ ਮੱਝਾਂ ਲੈਣ ਜਾਂਦੇ ਹੋ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ? ਜ਼ਿਆਦਾਤਰ ਮੱਝ ਦੀ ਬਰੀਕੀ ਹੁੰਦੀ ਹੈ, ਲੱਤ ਬਰੀਕ ਹੋਣੀ ਚਾਹੀਦੀ ਹੈ, ਪੂਛਲ ਲੰਮੀ ਹੋਣੀ ਚਾਹੀਦੀ ਹੈ, ਥਣ ਬਹਾਨਾ ਸਹੀ ਹੋਣਾ ਚਾਹੀਦਾ, ਪੱਧਰਾ ਅੱਛਾ ਥਣ ਮੁੱਠੀ ਹੋਣੇ ਚਾਹੀਦੇ ਨੇ, ਠੀਕ। ਸਿੰਘ ਬਰੀਕ ਹੋਣ। ਤੁਹਾਡੇ ਫਾਰਮ ਤੇ ਅੱਜ ਤੱਕ ਸਭ ਤੋਂ ਜ਼ਿਆਦਾ ਕਿਹੜੀ ਬਿਮਾਰੀ ਨੇ ਅਟੈਕ ਕੀਤਾ ਜਾਨਵਰਾਂ ਦੇ? ਜ਼ਿਆਦਾ ਚੰਦਰੀ। ਉਹਦਾ ਨੁਸਖਾ? ਉਹਦਾ ਨੁਕਸਾਨ ਮਰਚਾਂ ਨੇ ਦਾਦਣ ਮਿਰਚਾਂ ਦੇਣ ਦਾ ਤਰੀਕਾ ਕਿੰਨਾ ਹੈ? ਫੀ ਮੱਝ ਇੱਕ ਮੱਝ ਨੂੰ ਦੇਣ ਦਾ ਤਰੀਕਾ? ਪਾ ਮਰਚਾਂ ਸਿਆਲ ਚ ਘਿਓ ਚ ਦੇ ਲਵੋ ਠੀਕ। ਤੇ ਗਰਮੀ ਸਰੋਂ ਦਾ ਤੇਲ ਚ ਦੇ ਲਵੋ। ਇਹ ਜਦੋਂ ਦੇਣਾ ਹੈ ਚਾਰੇ ਤੋਂ ਬਾਅਦ ਦੇਣਾ ਹੈ ਜਾਂ ਚਾਰੇ ਤੋਂ ਪਹਿਲਾਂ ਦੇਣਾ ਹੈ, ਇਹਦਾ ਤਰੀਕਾ ਕੀ ਹੈ? ਇਹ ਪਾਣੀ ਡਾਹ ਕੇ ਪਿਛਾਂ ਬਣਾ ਲਿਆ ਦੇਣਾ। ਠੀਕ। ਅੱਛਾ ਮੱਝਾਂ ਗਰਮੀਆਂ ਵਿੱਚ ਵੱਧ ਦੁੱਧ ਦਿੰਦੀਆਂ ਨੇ ਜਾਂ ਸਰਦੀਆਂ ਵਿੱਚ? ਜ਼ਿਆਦਾ ਇਹਨਾਂ ਦੁੱਧ ਦਾ ਬਿਹਤਰੀਨ ਜਿਹੜਾ ਮੌਸਮ ਹੈ ਉਹ ਸਰਦੀ ਹੈ। ਸਰਦੀ ਹੈ? ਸਰਦੀ। ਬਾਅਦ ਫਾਰਮਰ ਕਹਿੰਦੇ ਨੇ ਸਰਦੀ ਵਿੱਚ ਦੁੱਧ ਘਟਾ ਜਾਂਦੀ ਹੈ, ਗਰਮੀਆਂ ਸਰਦੀਆਂ ਚ ਹਰੇ ਚ ਦੁੱਧ ਵੱਧਦਾ ਮਾਲ ਦਾ। ਸਟਾਲੇ ਵਿੱਚ? ਹਾਂਜੀ ਬਿਲਕੁਲ। ਅੱਛਾ ਪੱਠਿਆਂ ਦੀ ਪਾਣ ਦੀ ਤਰਤੀਬ ਕੀ ਹੈ? ਸਟਾਲੇ ਦੇ ਵਿੱਚ ਕੀ ਮਿਕਸ ਕਰਦੇ ਹੋ ਤੁਸੀਂ? ਹੋਰ ਸਟਾਲੇ ਦੇ ਵਿੱਚ ਅਗਰ ਪੱਠੇ ਥੋੜੇ ਹੋਣ ਤਾਂ ਤੂੜੀ ਪਾ ਲਈਦੀ ਹੈ, ਠੀਕ ਵਿੱਚ ਕਣਕ ਰਲਾ ਲਈ, ਕਮਾਦ, ਠੀਕ। ਇਹ ਸਿਸਟਮ ਅੱਛਾ ਸਟਾਲਾ ਕਮਾਦ ਤੂੜੀ ਇਹਨਾਂ ਨੂੰ ਮਿਕਸ ਕਰਕੇ ਪਾਇਆ ਜਾ ਸਕਦਾ ਹੈ? ਪਾਇਆ ਜਾ ਸਕਦਾ, ਵਧੀਆ ਪੱਠਾ। ਠੀਕ ਹੈ। ਅੱਛਾ ਜੀ ਇਸਲਾਨ ਭਾਈ ਬਹੁਤ ਸ਼ੁਕਰੀਆ, ਤੁਸੀਂ ਬੜੀ ਮੁਫੀਦ ਸਾਨੂੰ ਗੱਲਬਾਤ ਸੁਣਾਈ ਹੈ। ਅਸਲਾਮ ਅਲੈਕੁਮ, ਜਜ਼ਾਕੁਮ। ਵਾਲੇਕੁਮ।